ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਡਾਕਟਰ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਹਾਂ ਜੀ, ਥੈਂਕ ਯੂ ਸੋ ਮਚ ਹਰਸ਼। ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਹਿੰਦੇ ਜੀ। ਕੀ ਹਾਲ ਚਾਲ, ਸਭ ਠੀਕ ਠਾਕ? ਉਹ ਯੈਸ, ਬਿਲਕੁਲ। ਦੇਖੋ, ਇਸ ਤਰ੍ਹਾਂ ਵੀ ਆਪਾਂ ਚੱਲ ਰਹੇ ਹਾਂ ਅੱਜ ਸਾਲ ਦਾ ਜੋ 2022 ਹੈ 164ਵੇਂ ਦਿਨ ਦੇ ਵਿੱਚ ਹਰਸ਼। ਸੋ 164ਵੇਂ ਦਿਨ ਦਾ ਮਤਲਬ ਹੁਣ ਤੁਹਾਨੂੰ ਪਤਾ ਵੀ ਸਾਰੀ ਧਰਤੀ ਤੇ ਹੀ ਇਹ ਦਿਨ ਰਾਤ ਦਾ ਜੋ ਖੇਡ ਹੈ ਕੁਦਰਤ ਦਾ ਆਪਣਾ ਬਣਾਇਆ ਹੋਇਆ ਉਹ ਚੱਲਦਾ ਜੀ। ਸੋ ਕਿਤੇ ਇਹ ਦਿਨ ਕਿਸੇ ਤਰ੍ਹਾਂ ਦਾ ਚੜ੍ਹਦਾ, ਕਿਤੇ ਰਾਤ ਕਿਸੇ ਤਰ੍ਹਾਂ ਦੀ ਪੈਂਦੀ ਹੈ। ਸੋ ਸਭ ਕੁਝ ਜਿਹੜਾ ਜੀ ਵੀ ਇੱਕੋ ਜਿਹਾ ਸਾਰੀ ਧਰਤੀ ਤੇ ਨਹੀਂ ਹੈਗਾ। ਬਿਲਕੁਲ। ਉਹਦੇ ਮੁਤਾਬਕ ਹੀ ਇਹ ਆ ਜੀ ਵੀ ਹੁਣ ਆਪਾਂ ਇਹ ਦਿਨ ਲੰਬੇ ਹੰਢਾ ਰਹੇ ਆ 15 ਘੰਟਿਆਂ ਤੋਂ ਵੀ ਜ਼ਿਆਦਾ, ਤੇ ਹਜੇ ਇਹ 21 ਜੂਨ ਆਉਣੀ ਆ ਤੇ ਫਿਰ ਆਪਾਂ ਹੰਢਾਵਾਂਗੇ ਜਾਣੀ ਇਸ ਸਾਲ ਦਾ ਸਭ ਤੋਂ ਲੰਬਾ ਦਿਨ ਜਿਹੜਾ ਕਿ 15.5 ਘੰਟਿਆਂ ਦਾ ਹੋਵੇਗਾ। ਅੱਜ ਹੋਵੇਗਾ ਜੀ ਡਾਕਟਰ ਸਾਹਿਬ? ਨਹੀਂ ਜੀ, 21 ਜੂਨ। 21 ਜੂਨ, ਯਸ। ਅੱਛਾ, ਉਸ ਤੋਂ ਬਾਅਦ ਫਿਰ ਕੀ ਹੋਏਗਾ ਕਿ ਕੁਝ ਦਿਨ ਕੁਝ ਵੀ ਨਹੀਂ ਹੋਏਗਾ। ਦਿਨ ਤੇ ਮਤਲਬ ਜਿਹੜੇ ਨਾ ਸਟੇਬਲ ਹੋ ਜਾਏਗਾ, ਨਾ ਉਹ ਲੰਬੇ ਹੋਣਗੇ ਨਾ ਉਹ ਛੋਟੇ ਹੋਣਗੇ। ਹਾਂਜੀ, ਸੋ ਫਿਰ ਪ੍ਰੋਸੈਸ ਜਿਹੜਾ ਜੀ ਉਸੇ ਤਰ੍ਹਾਂ ਸ਼ੁਰੂ ਹੋ ਜਾਣਾ 23 ਜੂਨ ਤੋਂ ਬਾਅਦ। ਕੁੱਲ ਮਿਲਾ ਕੇ ਇਸ ਤਰ੍ਹਾਂ ਜੀ ਫਿਰ ਅੱਜ ਜਿਹੜਾ ਸਾਡੇ ਕੋਲ ਇੱਥੇ ਟੈਂਪਰੇਚਰ ਹੈ ਉਹ ਸਟੇਬਲ ਹੈ, ਕੰਫਰਟੇਬਲ ਵੈਦਰ ਹੈ। ਪਰ ਹੌਲੀ ਹੌਲੀ ਹੁਣ ਤੁਹਾਨੂੰ ਪਤਾ ਵੀ ਸਮਰ ਨੇ ਆਪਣੇ ਕਮਾਲ ਦਿਖਾਉਣੇ ਆ। ਤੇ ਜਿਹੜਾ ਇਹ ਤਾਪਮਾਨ ਆ ਗਾਂ ਜਾਣੀ ਵੀਰਵਾਰ ਤੱਕ ਜਾਂ 30-35 ਡਿਗਰੀ ਸੈਂਟੀਗ੍ਰੇਡ ਤੇ ਜਾਣੀ ਕਿ ਹੁਮਕ ਕਰਕੇ ਫਿਰ ਉਹ ਜ਼ਿਆਦਾ ਗਰਮ ਮਹਿਸੂਸ ਹੁੰਦਾ ਜੀ। ਤੇ ਕਹਿਣ ਦਾ ਮਤਲਬ ਇਹ ਆ ਵੀ ਲੋਕਾਂ ਨੂੰ ਜ਼ਿਆਦਾ ਗਰਮੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਤੋਂ ਆਪਣਾ ਬਚਾਅ ਬਜ਼ੁਰਗਾਂ ਤੇ ਬੱਚਿਆਂ ਦਾ ਰੱਖਣ ਦੇ ਵਸੀਲੇ ਹੁਣ ਤੋਂ ਹੀ ਕਰਨੇ ਪੈਣਗੇ, ਕਿਉਂਕਿ ਜੁਲਾਈ ਤੇ ਅਗਸਤ ਗਾਂ ਹੋਰ ਵੀ ਕੜਕ ਮਹੀਨੇ ਇਹ ਦੋ ਜਿਹੜੇ ਗਰਮੀ ਦੇ ਹੁੰਦੇ ਆ। ਤੇ ਭਾਰਤ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਇਹ ਹਰਿਆਣਾ, ਉਧਰ ਪੰਜਾਬ, ਦਿੱਲੀ ਸਮੇਤ ਜੀ ਵੀ 45 ਡਿਗਰੀ ਜਿਹੜਾ ਨਾ ਪਿਛਲੇ 3 ਹਫ਼ਤਿਆਂ ਤੋਂ ਹੰਢਾ ਰਹੇ ਆ ਲੋਕ ਅਰਸ਼ ਜੀ। 45 ਡਿਗਰੀ, ਵਾਓ। ਉਹ ਲੇਕਿਨ ਕਿ ਵੀ ਸਾਡਾ ਹੋ ਸਕਦਾ ਅੱਗੇ ਚੱਲ ਕੇ ਚਲੋ ਉਸ ਡਿਗਰੀ ਦੇ ਨਾਲ ਵੀ ਵਾਹ ਜਿਹੜਾ ਉਹ ਪਵੇ, ਪਰ ਕਿਉਂਕਿ ਸਾਡੇ ਕੋਲ ਸਾਧਨ ਨੇ, ਆਪਾਂ ਦੁਨੀਆ ਦੇ ਨੰਬਰ 1 ਇੱਕ ਮੁਲਕ ਦੇ ਵਿੱਚ ਬੈਠੇ ਆ ਜਿੱਥੇ ਕਿ ਨੁਕਸ ਜਿੰਨੇ ਮਰਜ਼ੀ ਕੱਢੀਏ ਪਰ ਫਿਰ ਵੀ ਹੀਲੇ ਵਸੀਲੇ ਆਪਾਂ ਕਰ ਲੈਂਦੇ ਹਾਂ, ਸਾਡੇ ਕੋਲ ਉਪਲਬਧੀਆਂ ਹੈਗੀਆਂ ਤੇ ਜਿਹਦੇ ਕਰਕੇ ਵੀ ਆਪਾਂ ਬਚਾਅ ਰੱਖ ਸਕਦੇ ਆ ਏਦਾਂ ਦੇ ਸੰਤਾਪੀ ਵੈਦਰ ਤੋਂ ਵੀ ਜੀ। ਕੋਸ਼ਿਸ਼ ਸਿਰਫ ਇੰਨੀ ਹੋਣੀ ਚਾਹੀਦੀ ਆ ਜੀ ਕਿ ਜੇ ਆਪਾਂ ਗਰਮੀ ਤੋਂ ਰਾਹਤ ਪਾਉਣ ਦੇ ਲਈ ਫੈਸਲਾ ਕੀਤਾ ਵੀ ਦਰਿਆਵਾਂ ਵੱਲ ਨੂੰ ਜਾਣਾ, ਝੀਲਾਂ ਵੱਲ ਨੂੰ ਜਾਣਾ, ਤੇ ਫਿਰ ਪਾਣੀ ਦੇ ਵਿੱਚ ਤਾਂ ਜਾਣਾ ਜੇ ਪਤਾ ਵੀ ਉੱਥੇ ਜਾ ਕੇ ਅਸੀਂ ਆਪਣੇ ਆਪ ਨੂੰ ਬਚਾ ਕੇ ਸੰਭਾਲ ਕੇ ਰੱਖ ਵੀ ਸਕਦੇ ਤੇ ਬਾਹਰ ਵੀ ਕੱਢ ਸਕਦੇ ਆ। ਇਸ ਕਰਕੇ ਨਹੀਂ ਜਾਣਾ ਵੀ ਜੇ ਅੰਦਰ ਜਾਣਾ ਤੇ ਫਿਰ ਅੰਦਰ ਹੀ ਰਹਿ ਜਾਣਾ ਹਨਾ, ਫਿਰ ਮੇਰੀ ਲਾਸ਼ ਕੱਢੀ ਜਾਵੇ। ਰਾਈਟ। ਸੋ ਇਸ ਗੱਲ ਤੋਂ ਜੇ ਬਚਾਅ ਰੱਖਣਾ ਤੇ ਫਿਰ ਬਾਹਰ ਉੱਥੇ ਜਾ ਕੇ ਜੇ ਹਾਂਜੀ ਵੀ ਪੈਰ ਪਾਣੀ ਦੇ ਵਿੱਚ ਡੋਬ ਲਓ, ਉਹੀ ਠੰਡ ਸਿਰ ਤੱਕ ਪਹੁੰਚ ਜਾਂਦੀ ਹੈ ਤੇ ਕੋਈ ਐਸੀ ਸਮੱਸਿਆ ਵਾਲੀ ਗੱਲ ਵੀ ਨਹੀਂ ਬਣਦੀ। ਤੇ ਇਸੇ ਦੌਰਾਨ ਫਿਰ 11 ਜੂਨ ਨੂੰ ਆਪਾਂ ਦੇਖਿਆ ਜੀ ਕਿ ਨਵਕਿਰਨ ਸਿੰਘ ਜਿਹੜੇ ਨੌਜਵਾਨ ਇੱਥੇ ਬਰੈਂਪਟਨ ਦੇ ਵਿੱਚ ਡੁੱਬ ਕੇ ਹੋਈ ਸੀ ਮੌਤ ਪਿਛਲੇ ਮਹੀਨੇ, ਉਹਨਾਂ ਦੇ ਪਰਿਵਾਰ ਤੋਂ ਆਉਣ ਤੋਂ ਬਾਅਦ ਫਿਰ ਉਹਨਾਂ ਦਾ 11 ਜੂਨ ਨੂੰ ਹੁਣ ਜਿਹੜਾ ਜੀ ਅੰਤਮ ਸੰਸਕਾਰ ਕੀਤਾ ਗਿਆ ਜੀ। ਸੋ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਸਾਂਝੀ ਕਰਨ ਦਾ ਸਾਡਾ ਮਤਲਬ ਭੈਣ ਭਰਾਵਾਂ ਨਾਲ ਬਾਰ-ਬਾਰ ਇਹ ਆ ਵੀ ਸਾਡੀ ਕਮਿਊਨਿਟੀ ਦੇ ਵਿੱਚ ਸੜਕਾਂ ਤੇ ਮੌਤਾਂ, ਦਰਿਆਵਾਂ ਤੇ ਝੀਲਾਂ ਦੇ ਵਿੱਚ ਮੌਤਾਂ ਹੋਰ ਕਮਿਊਨਿਟੀਜ਼ ਦੇ ਮੁਕਾਬਲੇ ਉੱਪਰ ਜਾ ਰਹੀਆਂ ਪਿਛਲੇ ਸਮੇਂ ਤੋਂ। ਬਿਲਕੁਲ ਜੀ। ਤੇ ਹੁਣ ਪੁੱਛਦੇ ਆ ਵੀ ਇਹ ਦੁਨੀਆ ਤੇ ਤਰ੍ਹਾਂ ਦੀ ਆਪਾਂ ਕਹਿੰਦੇ ਵੀ ਵਣ ਦੀ ਲੱਕੜੀ ਇੱਥੇ ਇਕੱਠੀ ਹੋ ਰਹੀ ਆ ਵੀ ਬਹੁਤ ਆ ਹਨਾ, ਤੇ ਕਿਹੜੀਆਂ ਹੋਰ ਕਮਿਊਨਿਟੀਆਂ ਜਿਨ੍ਹਾਂ ਦੇ ਵਿੱਚ ਇੰਨਾ ਡੁੱਬ ਕੇ ਮਰਨ ਜਾਂ ਫਿਰ ਸੜਕਾਂ ਤੇ ਆਹ ਡਰਾਈਵਰਾਂ ਦੀਆਂ ਮੌਤਾਂ ਹੋਣ ਦੀਆਂ ਆਉਂਦੀਆਂ ਖਬਰਾਂ ਜੀ। ਫਿਰ ਆਪਾਂ ਗੱਲ ਕਰਦੇ ਹੁੰਦੇ ਆ ਵੀ ਕਈ ਵਾਰ ਆਪਾਂ ਨੁਕਸ ਤੇ ਸੜਕਾਂ ਦੇ ਵਿੱਚ ਤਾਂ ਕੱਢਦੇ ਰਹਿਣਾ ਚਾਹੀਦਾ, ਸਰਕਾਰਾਂ 'ਚ ਵੀ ਕੱਢਦੇ ਰਹਿਣਾ ਚਾਹੀਦਾ, ਉਹ ਸਭ ਕੁਝ ਠੀਕ ਆ, ਪਰ ਆਪਾਂ ਸਿਰਫ ਇੰਨਾ ਹੀ ਪੁੱਛਦੇ ਹੁੰਦੇ ਆ ਵੀ ਇਹ ਸੜਕਾਂ ਸਿਰਫ ਮਾੜੀਆਂ ਬਣਾ ਕੇ ਜਾਣੀ ਫਿਰ ਬਾਅਦ ਦੇ ਵਿੱਚ ਪੰਜਾਬੀਆਂ ਨੂੰ ਆਉਣ ਦੀ ਖੁੱਲ੍ਹ ਦਿੱਤੀ, ਪੰਜਾਬਣਾਂ ਨੂੰ ਵੀ ਤੁਸੀਂ ਆ ਜਾਓ ਇੱਥੇ ਗੱਡੀਆਂ ਆ ਕੇ ਚਲਾਓ ਤੇ ਉਹਨਾਂ ਦੀਆਂ ਕੋਲੀਜਨਸ ਟੱਕਰਾਂ ਕਰੋ ਤੇ ਮਰੋ। ਕਿਉਂਕਿ ਦੁਨੀਆ ਦੇ ਇੱਥੇ ਹੋਰ ਵੀ ਬਥੇਰੀ ਹੈ ਜਿਹੜੀ ਟਰੱਕ ਵੀ ਚਲਾਉਂਦੀ ਹੈ, ਸਾਰੀ ਤਰ੍ਹਾਂ ਦੀਆਂ ਗੱਡੀਆਂ ਡਰਾਈਵ ਕਰਦੀ ਹੈ ਜੀ। ਉਹਨਾਂ ਦੀਆਂ ਕਿੰਨੀਆਂ ਮੌਤਾਂ ਹੋਈਆਂ ਤੇ ਸਾਡੀਆਂ ਕਿੰਨੀਆਂ ਹੋਈਆਂ, ਤੇ ਜੇ ਭੈਣ ਭਰਾ ਉਹ ਉੱਥੋਂ ਲੰਘ ਸਕੀ ਬਾਕੀ ਦੁਨੀਆ ਤੇ ਸਾਨੂੰ ਕੀ ਗੱਲ ਸੀ। ਸੋ ਇਸ ਕਰਕੇ ਅਸੀਂ ਉਹ ਸੜਕਾਂ ਵੀ ਵਧੀਆ ਹੋਣੀਆਂ ਚਾਹੀਦੀਆਂ, ਸਭ ਕੁਝ ਠੀਕ ਹੋਣਾ ਚਾਹੀਦਾ, ਪਰ ਜੇ ਬਾਕੀ ਦੁਨੀਆ ਉੱਥੋਂ ਆਰਾਮ ਨਾਲ ਲੰਘ ਸਕਦੀ ਆ ਤੇ ਫਿਰ ਲੰਘ ਅਸੀਂ ਵੀ ਸਕਦੇ ਹਾਂ। ਇਹ ਸਰਕਾਰਾਂ ਦੇ ਨਾਲ ਨੁਕਸ ਕੱਢਣ ਦਾ ਇਹ ਥੋੜ੍ਹਾ ਤਰੀਕਾ ਵੀ ਪਹਿਲਾਂ ਉੱਥੇ ਜਾ ਕੇ ਮਰ ਜਾਈਏ ਤੇ ਫਿਰ ਸਰਕਾਰ ਦਾ ਨੁਕਸ ਕੱਢੀਏ ਵੀ ਆਹ ਦੇਖੋ ਬੰਦੇ ਮਰੀ ਜਾਂਦੇ ਤੁਸੀਂ ਸੜਕ ਠੀਕ ਕਰੋ। ਉਹ ਤਾਂ ਸਮੇਂ ਦੇ ਲਿਹਾਜ਼ ਨਾਲ ਚਲੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੈਗੀਆਂ, ਉਹਨਾਂ ਨੂੰ ਦੇਖਦੇ ਰਹਿਣਾ ਚਾਹੀਦਾ, ਪ੍ਰਭਾਵੀ ਤਰੀਕੇ ਦੇ ਨਾਲ ਉਠਾਉਂਦੇ ਰਹਿਣਾ ਚਾਹੀਦਾ, ਪਰ ਉਹਦੇ ਦੌਰਾਨ ਸਾਵਧਾਨੀ ਹਟੀ ਨਹੀਂ ਤੇ ਦੁਰਘਟਨਾ ਘਟੀ ਨਹੀਂ। ਸਾਨੂੰ ਥੋੜਾ ਜਿਹਾ ਉਹਨਾਂ ਦੇ ਨੁਕਸ ਕੱਢਦਿਆਂ ਆਪਣੇ ਜਿਹੜੇ ਨੁਕਸ ਆ ਉਹ ਠੀਕ ਪਹਿਲੋਂ ਕਰ ਲੈਣੇ ਚਾਹੀਦੇ ਆ ਜੀ।
ਤਦ ਕਰਕੇ ਆ ਜੀ ਵੀ ਇਹ ਗਰਮ ਰੁੱਤ ਵਧੀਆ ਮੌਸਮ ਹੈ, ਹਰ ਤਰ੍ਹਾਂ ਸਭ ਕੁਝ ਮਾਹੌਲ ਠੀਕ ਹੈ। ਇਹ ਨਹੀਂਗਾ ਵੀ ਹੁਣ ਪਹਿਲਾਂ ਪੰਜਾਬ ਦੀਆਂ ਸੜਕਾਂ ਬੰਦੇ ਖਾਣੀਆਂ ਜੀ, ਖੂਨ ਪੀਣੀਆਂ ਜੀ, ਹੁਣ ਕੈਨੇਡਾ ਦੀਆਂ ਸੜਕਾਂ ਬੰਦੇ ਖਾਣੀਆਂ, ਖੂਨ ਪੀਣੀਆਂ ਜੀ। ਮਤਲਬ ਜਿੱਧਰ ਨੂੰ ਆਪਾਂ ਜਾਈ ਜਾਵਾਂਗੇ ਉੱਥੇ ਸੜਕਾਂ ਖੂਨ ਪੀਣੀਆਂ ਹੋਈ ਜਾਣਗੀਆਂ ਹੈ। ਤੇ ਅਸੀਂ ਜਾਣੀ ਕਿ ਦੁਨੀਆ ਭਰ ਦੇ ਵਿੱਚ ਖਾਕ ਛਾਣਦਿਆਂ ਉਹਨਾਂ ਦੇ ਨੁਕਸ ਕੱਢਣ ਨੂੰ ਹੀ ਪੈਦਾ ਹੋਏ ਆ। ਅਸੀਂ ਕਿਤੇ ਆਪਣੇ ਨੁਕਸ ਕੱਢ ਕੇ ਆਰਾਮ ਨਾਲ ਵਧੀਆ ਆਪਣਾ ਜੀਵਨ ਸਿਰਜੀਏ ਤੇ ਕਮਾਲ ਦੀਆਂ ਗੱਲਾਂ ਜਿਹੜੀਆਂ ਘਟਨਾਵਾਂ ਜੀਵਨ ਦੇ ਵਿੱਚ ਉਹ ਸਾਰੂ ਵਾਪਰ ਸਕਦੀਆਂ ਜੀ। ਜੌਹਲ ਸਾਹਿਬ, ਆਓ ਫਿਰ ਖਬਰਾਂ ਦੀ ਲੜੀ ਸ਼ੁਰੂ ਕਰੀਏ ਜੀ। ਪਹਿਲਾਂ ਤਾਂ ਆਪਾਂ ਥੋੜਾ ਜਿਹਾ US ਦੇ ਵੱਲ ਝਾਤੀ ਮਾਰੀਏ ਜੀ। ਇੱਕ ਸਾਡੇ ਵੀਰ ਨੇ ਉੱਥੋਂ ਦੇ ਸਿੱਖ ਭਾਈਚਾਰਾ, ਤੁਹਾਨੂੰ ਪਤਾ ਹੀ ਕਿ ਬਹੁਤ ਵੱਡੇ ਦਿਲ ਦੇ ਹੁੰਦੇ ਨੇ ਜੀ, ਐਂਡ ਪਰਵਾਹ ਨਹੀਂ ਕਰਦੇ ਜੇ ਨੁਕਸਾਨ ਹੁੰਦਾ ਤਾਂ ਹੋ ਹੀ ਜਾਵੇ। ਉੱਥੋਂ ਇੱਕ ਵਿਅਕਤੀ ਜਿਹਨਾਂ ਦਾ ਗੈਸ ਸਟੇਸ਼ਨ ਪੰਜਾਬੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ ਜੀ, ਉਹ ਬਹੁਤ ਸਸਤਾ ਤੇਲ ਦੇ ਰਹੇ ਨੇ ਜੀ ਕੰਪੇਅਰ ਟੂ ਜੋ ਅੱਜ ਕੱਲ੍ਹ ਦੇ ਰੇਟ ਚੱਲ ਰਹੇ ਨੇ ਜੀ। ਜੇ ਨੁਕਸਾਨ ਹੁੰਦਾ ਕਹਿੰਦਾ ਹੋ ਲੈਣ ਦਿਓ, ਕੋਈ ਗੱਲ ਨਹੀਂ। ਅੱਛਾ, ਇਸ ਤਰ੍ਹਾਂ ਤੇ ਇਹ ਨਾ ਫਿਰ ਉਹ ਧਰਤੀ ਆ ਜਿਹੜੀ ਕਹਿੰਦੇ ਵੀ ਚੱਲਦੀ ਤਾਂ ਹੀ ਆ ਕਿਉਂਕਿ ਇੱਥੋਂ ਚੰਗਿਆਈ ਕਦੀ ਚੰਗੇ ਮਨੁੱਖ ਖਤਮ ਨਹੀਂ ਹੋਏ। ਹੁਣ ਇਹ ਅਨੁਪਾਤ ਦੇ ਲਿਹਾਜ਼ ਨਾਲ ਵਾਧਾ ਘਾਟਾ ਜ਼ਰੂਰ ਹੈਗਾ। ਜਿੱਥੇ ਭੈੜੇ ਤੇ ਭੈੜੀਆਂ ਵੱਧ ਗਏ ਉੱਥੇ ਨਰਕੀ ਜੀਵਨ ਹੋ ਗਿਆ, ਨਰਕ ਲੱਗਣ ਲੱਗ ਗਿਆ। ਤੇ ਜੇ ਉਹੀ ਉੱਥੋਂ ਉੱਠ ਕੇ ਸੱਜਣ ਬਿਨਾਂ ਆਦਤਾਂ ਬਦਲਿਆ ਭੈੜੇ ਤੇ ਭੈੜੀਆਂ ਵਜੋਂ ਹੀ ਨਵੇਂ ਸਵਰਗ ਰੂਪੀ ਕਿਸੇ ਨੰਬਰ 1 ਦੇਸ਼ 'ਚ ਪਹੁੰਚ ਕੇ ਉਹਨਾਂ ਆਦਤਾਂ ਨੂੰ ਉੱਥੇ ਖਿਲਾਰਨਾ ਸ਼ੁਰੂ ਕਰ ਦਿੱਤਾ ਤੇ ਆਪ ਤਾਂ ਸਵਰਗ ਕੀ ਮੰਨਣਾ ਸੀ, ਬਣਾ ਦਿੱਤਾ ਉਹਨੇ ਸਵਰਗ ਨੂੰ ਵੀ ਨਰਕ ਜੀ। ਪਰ ਇਹਦੇ ਨਾਲ ਹੀ ਫਿਰ ਜਾਣੀ ਆਪਾਂ ਕਹਿੰਦੇ ਬ੍ਰੇਨ ਡਰੇਨ। ਹੁਣ ਬ੍ਰੇਨ ਡਰੇਨ ਦੇ ਵਿੱਚ ਇਸ ਤਰ੍ਹਾਂ ਦੇ ਸੱਜਣ ਵੀ ਆ ਰਹੇ ਆ ਜਿਹੜੇ ਕਿ ਉੱਥੇ ਅਪਰਚੁਨਿਟੀ ਨਾ ਮਿਲਣ ਕਰਕੇ ਇੱਥੇ ਜਦੋਂ ਅਪਰਚੁਨਿਟੀ ਮਿਲੀ ਤੇ ਫਿਰ ਮਨੁੱਖਤਾ ਦੀ ਸੇਵਾ ਕਰਦੇ ਨੇ ਜੀ, ਉਹ ਕਰਦੇ ਨੇ ਪਰਿਵਾਰਾਂ ਸਮੇਤ। ਉਹ ਦੂਸਰਾ ਇਹ ਆ ਜੀ ਵੀ ਜਿਹੜੀ ਸਿੱਖ ਕੌਮ ਆ ਨਾ ਸਾਡੀ, ਅੱਜ ਬੜੇ ਮਾਣ ਵਾਲੀ ਗੱਲ ਆ ਵੀ ਸਭ ਤੋਂ ਨਵੇਕਲਾ ਤੇ ਘੱਟ ਜਾਣੀ ਸਮਾਂ ਇਸ ਧਰਮ ਨੂੰ ਬਣਿਆ, ਇਸ ਧਰਤੀ ਤੇ ਹੋਇਆ ਹੈ। ਪਰ ਹੋਰ ਜਾਣੀ ਜਾਣੇ ਪਹਿਚਾਣੇ ਧਰਮਾਂ ਦੇ ਮੁਕਾਬਲੇ ਜਾਂ ਉਹਨਾਂ ਤੋਂ ਵੀ ਕਿਤੇ ਕਿਤੇ ਜਾਣੀ ਵੱਧ ਸਿਫਤ ਆ ਜਿਹੜੀ ਇਸ ਧਰਮ ਦੇ ਨਾਲ ਜੁੜੇ ਹੋਏ ਲੋਕਾਂ ਦੀ, ਇਸ ਧਰਮ ਨੂੰ ਬਣਾਉਣ ਵਾਲੇ ਸਾਡੇ ਪੈਗੰਬਰਾਂ ਦੀ, ਗੁਰੂ ਸਾਹਿਬਾਂ ਦੀ ਇਹ ਇਤਿਹਾਸ ਦੇ ਵਿੱਚ ਹੁੰਦੀ ਆ ਕਿ ਵੀ ਜਿਹੜੇ ਉਹਨਾਂ ਦੇ ਅੱਛੇ ਕਾਰਜ ਸੀਗੇ। ਹੁਣ ਇਹ ਆਪਾਂ ਪਿਛਲੇ ਕਿੰਨੀ ਦੇਰ ਤੋਂ ਦੇਖ ਰਹੇ ਹਾਂ ਵੀ ਦੁਨੀਆ ਪਿਸ ਰਹੀ ਆ, ਸਾਰੀ ਦੁਨੀਆ 'ਚ ਚਲੋ ਤੇਲ ਦਾ ਇਹ ਹਾਲ ਆ। ਪਰ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਸਮੱਸਿਆ ਇਹ ਆ ਵੀ ਸਰਕਾਰ ਬਾਂਹ ਨਹੀਂ ਫੜ ਰਹੀ ਹੈ ਨਾ, ਬਿਲਕੁਲ ਮੂੰਹ ਦੇ ਵਿੱਚ ਘੁੰਗਣੀਆਂ ਪਾਈਆਂ ਹੋਈਆਂ। ਤੇ ਜਾਣੀ ਸਰਕਾਰਾਂ ਦੇ ਸਾਡੇ ਮੁਖੀ ਵੀ ਉਹ ਵਿਦੇਸ਼ਾਂ ਵਿੱਚ ਤਾਂ ਭੱਜੇ ਫਿਰ ਰਹੇ ਆ ਜੀ, ਕਦੀ ਅਮਰੀਕਾ ਨੂੰ ਚਲੇ ਗਏ, ਕਦੀ ਉਹਨੂੰ ਯੂਕਰੇਨ ਨੂੰ ਚਲੇ ਗਏ। ਚਲੋ ਉਹ ਸਾਰੇ ਕੰਮ ਵੀ ਕਰਨੇ ਚਾਹੀਦੇ ਆ ਜੀ, ਪਰ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਬਣੇ ਸੀ ਉਹਨਾਂ ਨੇ ਘੱਟ ਗਿਣਤੀ 'ਚ ਚੁਣਿਆ ਸੀ, ਉੱਥੇ ਜਾ ਕੇ ਐਗਰੀਮੈਂਟ ਕਰ ਲਿਆ। ਹੁਣ ਆਪਾਂ ਬਹੁਤ ਗਿਣਤੀ ਜਿਹੀ 'ਚ ਹੋ ਗਏ ਜੀ ਤੇ 2025 ਤੱਕ ਚਿੰਤਾ ਕੋਈ ਨਹੀਂ। ਤੇ ਜਿਨ੍ਹਾਂ ਦੇ ਮਤਲਬ ਵੋਟਾਂ ਪਾ ਕੇ ਚੁਣਿਆ ਸੀ ਉਹ ਪਿਸੀ ਜਾਣ ਹੁਣ ਮਹਿੰਗਾਈ ਦੀ ਚੱਕੀ ਦੇ ਵਿੱਚ, ਤੇ ਕੋਈ ਸਾਨੂੰ ਏਡਾ ਉਹਨਾਂ ਦੀ ਕੇਅਰ ਕਰਨ ਦੀ ਲੋੜ ਨਹੀਂ, ਏਦਾਂ ਲੱਗਦਾ ਆ ਸੰਗਤ ਨੂੰ, ਹੈ ਨਾ ਜੀ। ਸੋ ਇਸ ਕਰਕੇ ਪਰ ਇਹ ਭਾਈ ਜਸਵਿੰਦਰ ਸਿੰਘ ਜੀ ਆ, ਇਹਨਾਂ ਦਾ ਪਰਿਵਾਰ ਹੈ ਤੇ ਇਹਨਾਂ ਦਾ ਗੈਸ ਸਟੇਸ਼ਨ ਆ ਫੀਨਿਕਸ, ਉੱਥੇ ਐਰੀਜ਼ੋਨਾ, ਬੜਾ ਪਿਆਰੀ ਸਟੇਟ ਹੈ, ਕੈਲੀਫੋਰਨੀਆ ਦੇ ਨਾਲ ਹੀ ਪੈਂਦੀ ਆ ਈਸਟ ਸਾਈਡ ਨੂੰ। ਉੱਥੇ ਇਹਨਾਂ ਦੇ ਸਟੋਰ ਦੇ ਵਿੱਚ ਇਹਨਾਂ ਨੇ ਜਾਣੀ ਆਪਣੀ ਸਕੀਮ ਇਹ ਬਣਾਈ ਹੋਈ ਹੈ ਵੀ ਅਸੀਂ ਇਹ ਕੋਈ 3700 ਲੀਟਰ ਰੋਜ਼ ਤੇਲ ਜਿਹੜਾ ਜੀ ਵਿਕਦਾ ਇਹਨਾਂ ਦਾ, ਉਹ ਕੁੱਲ ਮਿਲਾ ਕੇ ਜਦੋਂ ਸ਼ਾਮ ਨੂੰ ਟੋਟਲ ਕਰਦੇ ਆ ਤੇ ਇਹਨਾਂ ਨੂੰ $500 ਦਾ ਅਰਸ਼ ਘਾਟਾ ਪਿਆ ਹੁੰਦਾ ਜੀ। $500 ਦਾ ਡੇਲੀ ਬੇਸਿਸ ਤੇ ਘਾਟਾ ਪਿਆ ਹੁੰਦਾ। ਪਰ ਹੁਣ ਜਿਹੜਾ ਬਿਜ਼ਨਸ ਓਨਰ ਆ ਜਾਣੀ ਵੀ ਉਹ ਚੰਗੇ ਸਮਿਆਂ 'ਚ ਨੈਚੁਰਲੀ ਆ ਪ੍ਰੋਫਿਟ ਵੀ ਕਮਾਉਂਦੇ ਆ, ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਸ ਵੇਲੇ ਕਸਟਮਰਸ ਤੇ ਭਾਰੀ ਬਣੀ ਹੋਈ ਆ ਜਿਹੜੇ ਸਾਰਾ ਸਾਲ ਸਾਨੂੰ ਮੁਨਾਫਾ ਦਿੰਦੇ ਆ, ਪ੍ਰੋਫਿਟ ਦਿੰਦੇ ਆ, ਤੇ ਜੇ ਉਹ ਬੀਤੇ ਸਮਿਆਂ 'ਚ ਪ੍ਰੋਫਿਟ ਬਣਾਇਆ ਹੋਇਆ ਥੋੜਾ ਸ਼ੇਅਰ ਵੀ ਕਰ ਲੈਣ ਖੁੱਲੇ ਮਨ ਦੇ ਨਾਲ, ਤੇ ਐਟ ਦਾ ਐਂਡ ਉਹਨਾਂ ਨੇ ਜਾਣੀ ਪ੍ਰੋਫਿਟ ਹੀ ਬਣਾਉਣਾ ਗਾਂ ਜਾ ਕੇ। ਸੋ ਇਸ ਕਰਕੇ ਇਹ ਹੈ ਜੀ ਵੀ ਸਮੇਂ ਦੇ ਲਿਹਾਜ਼ ਨਾਲ ਉਹਨਾਂ ਨੇ ਫੈਸਲਾ ਕੀਤਾ ਹੋਇਆ ਜੀ ਵੀ ਉਹ ਜਿੰਨੀ ਪ੍ਰਾਈਸ ਤੇ ਗੈਸ ਖਰੀਦ ਕੇ ਪੰਪ ਤੇ ਜਿਹੜੀ ਉਪਲਬਧ ਕਰਾਉਂਦੇ ਆ ਉਹਨੂੰ ਘੱਟ ਪ੍ਰਾਈਸ ਤੇ ਲੋਕਾਂ ਨੂੰ ਵੇਚਣਗੇ, ਤਾਂ ਕਿ ਲੋਕਾਂ ਕੋਲੋਂ ਇਸ ਔਖੇ ਸਮੇਂ ਦੇ ਵਿੱਚ ਅਸੀਂ ਪ੍ਰੋਫਿਟ ਜਿਹੜਾ ਉਹ ਨਾ ਕਮਾਈਏ ਜੀ। ਇਸ ਕਰਕੇ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਦਾ ਪਰਿਵਾਰ ਜਿਹੜਾ ਜੀ ਵੀ ਘਾਟਾ ਪਾ ਕੇ ਘਰਾਂ ਨੂੰ ਰੋਜ਼ ਜਾਂਦੇ ਨੇ, ਲੋਕਾਂ ਨੂੰ ਆਪਣੇ ਵੱਲੋਂ ਜਿੰਨਾ ਕੋ ਕਰ ਸਕਦੇ ਸਸਤੀ ਗੈਸ ਦੇ ਕੇ। ਸੋ ਇਸ ਗੱਲੋਂ ਉਹਨਾਂ ਦੀ ਸਿਫਤ ਜਿਹੜੀ ਆ ਜੀ ਇੰਟਰਨੈਸ਼ਨਲ ਲੈਵਲ ਤੇ ਹੋ ਰਹੀ ਹੈ ਭਾਈ ਜਸਵਿੰਦਰ ਸਿੰਘ ਉਹਨਾਂ ਦੀ। ਇੱਕ ਵਾਰੀ ਫਿਰ ਤਾਂ ਆਪਾਂ US 'ਚ ਹੀ ਰਹਿੰਦੇ ਹਾਂ ਜੀ ਜੌਹਲ ਸਾਹਿਬ। US ਦਿੱਲੀ ਦੇ ਦਫ਼ਤਰ ਦੇ ਵਿੱਚ ਜੀ ਰਿਕਾਰਡ ਬ੍ਰੇਕਿੰਗ 55,000 ਸਟੱਡੀ ਵੀਜ਼ਾਸ 2021 ਦੇ ਵਿੱਚ ਪਰਮਿਟ ਦਿੱਤੇ ਗਏ ਸਟੂਡੈਂਟਾਂ ਨੂੰ। ਦੈਟਸ ਅ ਵੈਰੀ ਬਿਗ ਨੰਬਰ, very big number and never seen before, ਬਿਲਕੁਲ ਨਾ ਜੀ। ਉਹ ਏਦਾਂ ਹੈ ਵੀ ਹੁਣ ਦੇਖੋ ਉਹ
ਆਸਟ੍ਰੇਲੀਆ ਨੇ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ, ਫਿਰ ਉਹਨਾਂ ਨੇ ਬੰਦ ਕਰ ਦਿੱਤਾ ਵੀ ਜਿੱਦਾਂ ਦਾ ਮਾਹੌਲ ਬਣਿਆ ਦੇ ਨਾਲੋਂ ਸਾਡੀ ਸੁੱਖ ਸ਼ਾਂਤੀ ਪਹਿਲਾਂ ਉੱਦਾਂ ਹੀ ਠੀਕ ਸੀਗੇ। ਇੰਗਲੈਂਡ ਦੇ ਵਿੱਚ ਵੀ ਸਿਚੁਏਸ਼ਨ ਥੋੜ੍ਹੀ ਬਹੁਤੀ ਬਣੀ, ਪਰ ਹੁਣ ਕੈਨੇਡਾ ਦੇ ਵਿੱਚ ਵੀ ਬਣੀ, ਪਰ ਕੈਨੇਡਾ ਨੇ ਵੀ ਥੋੜ੍ਹੇ ਜਿਹੇ ਦੰਦ ਕੱਟੇ ਹੋਏ ਲੱਗਦੇ ਵੀ ਹੁਣ ਥੋੜ੍ਹਾ ਘਟਾਇਆ ਆ ਇੰਟਰਨੈਸ਼ਨਲ ਸਟੱਡੀ ਪਰਮਿਟ ਦੇਣੇ ਇੰਡੀਆ ਤੋਂ ਸਪੈਸ਼ਲੀ, ਹੈ ਨਾ ਜੀ। ਪਰ ਇਹ US ਹੁਣ ਸੇਮ ਐਕਸਪੀਰੀਅੰਸ ਆ ਜਿਹੜਾ ਜੀ ਵੀ ਹਾਲ ਦੀ ਘੜੀ ਕਰਦੇ ਲੱਗਦੇ ਆ। ਇਹ ਵੱਖ-ਵੱਖ ਦੇਸ਼ਾਂ ਨੇ ਜਾਣੀ ਇਸ ਐਜੂਕੇਸ਼ਨ ਨੂੰ ਧੰਦੇ ਦੇ ਰੂਪ ਦੇ ਵਿੱਚ ਵਰਤ ਕੇ ਜਾਂ ਕਹ ਲਓ ਵੀ ਤਜਰਬੇ ਕੀਤੇ ਆ। ਉਸ ਲਿਹਾਜ਼ ਨਾਲ ਇਹ ਆ ਜੀ ਵੀ ਇਹਦੇ ਵਿੱਚ ਹੁਣ US ਐਮਬੈਸੀ ਨੇ ਨਿਊ ਦਿੱਲੀ ਦੇ ਵਿੱਚ ਹੀ ਸਿਰਫ ਇੱਕ ਸਾਲ 2021 ਦੇ 365 ਦਿਨਾਂ ਦੇ ਵਿੱਚ ਅਰਚਵੀ 55,000 ਤੋਂ ਜ਼ਿਆਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਟੱਡੀ ਵੀਜ਼ਾਸ ਜਿਹੜੇ ਅੱਜ ਵੀ ਇਸ਼ੂ ਕੀਤੇ ਆ। ਇੱਥੇ ਵੀ ਕੈਨੇਡਾ ਦੇ ਵਿੱਚ ਵੀ ਜਾਣੀ ਕਿ ਜੇ ਹੁਣ ਦੁਨੀਆ ਦੇ ਵਿੱਚੋਂ ਸਭ ਤੋਂ ਵੱਧ ਕੋਈ ਲੋਕ ਲੜਕੇ ਲੜਕੀਆਂ ਪੜ੍ਹਨ ਵਾਸਤੇ ਚਲੋ ਜਾਂ ਫਿਰ ਪੜ੍ਹਨ ਦੇ ਬਹਾਨੇ ਚਲੋ ਜ਼ਿੰਦਗੀ ਸੈੱਟ ਕਰਨੀ ਹੁੰਦੀ ਆ, ਪੜ੍ਹਨ ਇਸ ਤੋਂ ਬਿਨਾਂ ਹੋਰ ਕੋਈ ਉਹਨਾਂ ਕੋਲ ਚਾਰਾ ਨਹੀਂ ਗਾ ਕਿ ਜੇ ਤਾਂ ਸਿੱਧਾ ਹੀ ਵਰਕ ਪਰਮਿਟ ਦਿੱਤਾ ਜਾਂਦਾ ਹੋਵੇ ਤਾਂ ਕਿਹਨੇ ਆਉਣਾ ਇੱਥੇ ਪੜ੍ਹਨ ਦੀ ਕਹਿੰਦੀ ਜਾਣੀ ਕਿ ਕਾਲ ਹੈ, ਕਾਲ ਤਾਂ ਹੈਗੀ ਵੀ ਕਿਸੇ ਤਰ੍ਹਾਂ ਵਰਕ ਪਰਮਿਟ ਮਿਲੇ PR ਵੱਲ ਨੂੰ ਚੱਲੀਏ ਤੇ ਫਿਰ ਅੱਗੇ ਜੀਵਨ ਜਿਹੜਾ ਸ਼ੁਰੂ ਹੋਵੇ। ਪਰ ਕੁੱਲ ਮਿਲਾ ਕੇ ਇਹ ਆ ਜੀ ਵੀ ਪਰ ਕਿਉਂ ਇੱਕ ਇਸ ਰਾਹ ਤੇ ਤੁਰਿਆ ਜਾਂਦਾ, ਉਹਨਾਂ ਨੂੰ ਤੁਰਨਾ ਪੈਂਦਾ ਵੱਡੇ ਖਰਚੇ ਕਰਕੇ। ਸੋ ਹੁਣ ਅਮਰੀਕਾ ਵੱਲ ਨੂੰ ਮੁਹਾਨ ਲੱਗ ਰਿਹਾ ਜੀ ਵੀ ਇਹਨਾਂ ਸਮਿਆਂ ਦੇ ਦੌਰਾਨ ਜਿਹੜਾ ਉਹ ਭਾਰਤ ਤੋਂ ਸਟੂਡੈਂਟਸ ਦਾ ਮੁੰਡੇ ਕੁੜੀਆਂ ਦਾ ਉਹ ਪਹਿਲਾਂ ਦੇ ਮੁਕਾਬਲੇ ਵੱਧ ਰਿਹਾ ਜੀ। ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲਬਾਤ ਕਰੀਏ ਕਿਊਬੈਕ ਦੇ ਵਿੱਚ ਜੌਲ ਸਾਹਿਬ ਸਾਹਮਣੇ ਖਬਰ ਆਈ ਹੈ ਜੀ ਕਿ ਪੋਸਟ ਗ੍ਰੈਜੂਏਸ਼ਨ ਦੀਆਂ ਜਿੰਨੇ ਵੀ ਐਲੀਜੀਬਲ ਕਿਊਬੈਕ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਨੂੰ ਨਹੀਂ ਮਿਲਣਗੀਆਂ 2023 ਦੇ ਵਿੱਚ ਅਗਰ ਉਹ ਪ੍ਰਾਈਵੇਟ ਕਰੀਅਰ ਕਾਲਜਸ ਦੇ ਵਿੱਚ ਅਟੈਂਡ ਕਰਨਗੇ ਜੀ। ਅਰਸ਼ੀ ਨਾ ਕੈਨੇਡਾ ਦੇ ਵਿੱਚ ਵੈਸੇ ਪਹਿਲਾਂ ਹੀ ਏਦਾਂ ਹੈ ਕਿਊਬੈਕ ਨੂੰ ਛੱਡ ਕੇ ਤੇ ਫਿਰ ਆਪਾਂ ਇਹ ਦੇਖਿਆ ਕਿ ਪਿਛਲੇ ਸਮਿਆਂ ਦੇ ਦੌਰਾਨ ਜਿੰਨੇ ਸਟੂਡੈਂਟਸ ਨੂੰ ਖੱਜਲ ਖੁਆਰ ਕਰਨ ਦੇ ਰੌਲੇ ਪੈਂਦੇ ਰਹੇ ਉਹ ਪੈਂਦੇ ਵੀ ਸਿਰਫ ਕਿਊਬੈਕ ਦੇ ਵਿੱਚ ਹੀ ਸੀਗੇ ਤੇ ਮਹਿਸੂਸ ਕੀਤਾ ਜਾ ਰਿਹਾ ਸੀਗਾ ਵੀ ਜਿਹੜੀ ਚੂੜੀ ਜਾਣੀ ਬਾਕੀ ਪ੍ਰੋਵਿੰਸਸ ਵਿੱਚ ਕੱਸੀ ਹੋਈ ਆ ਕਿਊਬੈਕ ਦੇ ਵਿੱਚ ਉਹ ਢਿੱਲੀ ਹੋਣ ਕਰਕੇ ਤੇ ਇਹ ਪ੍ਰਾਈਵੇਟ ਕਾਲਜਸ ਜਿਨ੍ਹਾਂ ਨੇ ਜਾਣੀ ਕਿ ਇਹਨਾਂ ਨੂੰ ਦੁਕਾਨਾਂ ਦੇ ਰੂਪ ਦੇ ਵਿੱਚ ਉੱਥੇ ਖੋਲ੍ਹਿਆ ਹੋਇਆ ਵੀ ਉਹ ਆਪਣੀ ਰਿਸਪੋਂਸੀਬਿਲਿਟੀ ਜਿਹੜੀ ਆ ਉਹ ਨਹੀਂ ਸਮਝ ਰਹੇ। ਤਦ ਕਰਕੇ ਇਹ ਆ ਜੀ ਵੀ ਉੱਥੇ ਵੀ ਹੁਣ ਇਹਨੂੰ ਐਟ ਪਾਰ ਜਾਣੀ ਕਿ ਵੀ ਜਿੱਦਾਂ ਬਾਕੀ ਦੀਆਂ ਪ੍ਰੋਵਿੰਸਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਜਿਹੜਾ ਜੀ ਵੀ ਸਟੱਡੀ ਪੂਰੀ ਕਰਨ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਹੀ ਉਹਨਾਂ ਸਟੂਡੈਂਟਸ ਨੂੰ ਹੀ ਮਿਲਦਾ ਜਿਨ੍ਹਾਂ ਨੇ ਕਿ ਜਾਣੀ ਗਵਰਨਮੈਂਟ ਫੰਡਡ ਜਾਂ ਫਿਰ ਕਹਿ ਲਓ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਤੋਂ ਆਪਣਾ ਜਿਹੜਾ ਸਟੱਡੀ ਆ ਉਹ ਪੂਰੀ ਕੀਤੀ ਹੋਵੇ ਤੇ ਜਿਹੜਾ ਸਬਸਿਡਾਈਜ਼ਡ ਇੰਸਟੀਚਿਊਸ਼ਨ ਨਹੀਂ ਹੈਗਾ ਉੱਥੋਂ ਪੜ੍ਹੇ ਕੋਈ ਜੀ ਸਦਕੇ ਪਰ ਫਿਰ ਓਪਨ ਵਰਕ ਪਰਮਿਟ ਜਿਹੜਾ ਜੀ ਪੀ ਉਹਨੂੰ ਕਹਿ ਲਓ ਪ੍ਰਿਵਿਲੇਜ ਨਹੀਂ ਦਿੱਤਾ ਜਾ ਸਕਦਾ ਜੀ। ਹੁਣ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਟਾਰਗੇਟ ਤੇ ਓਪਨ ਵਰਕ ਪਰਮਿਟ ਹੀ ਆ, ਜੇ ਸਿੱਧਾ ਓਪਨ ਵਰਕ ਪਰਮਿਟ ਮਿਲੇ ਤੇ ਸਟੱਡੀ ਦੇ ਰਾਹ ਤੇ ਤੁਰਨਾ ਕਿਹਨੇ ਆ ਜਾਂ ਇੱਥੇ ਹੁਣ ਪੜ੍ਹਨ ਆਉਂਦਾ ਕੌਣ ਹੈ, ਆਉਂਦੀ ਕੌਣ ਹੈ ਤੇ ਪਤਾ ਹੀ ਆਪਾਂ ਨੂੰ। ਸੋ ਇਸ ਕਰਕੇ ਵੀ ਓਪਨ ਵਰਕ ਪਰਮਿਟ ਲੈਣਾ ਤੇ DLI ਦੇ ਵਿੱਚ ਜਿਹੜਾ ਜੀ ਪੀ ਉਹ ਪੜ੍ਹਨਾ ਆਪਣੀ ਸਟੱਡੀ ਪੂਰੀ ਕਰਨਾ ਜ਼ਰੂਰੀ ਆ। ਕਿਊਬੈਕ ਦੇ ਵਿੱਚ ਇੱਦਾਂ ਹੁਣ ਤੱਕ ਨਹੀਂ ਸੀਗਾ ਪਰ ਫਿਰ ਕਾਫੀ ਹਾਈ ਲੈਵਲ ਤੇ ਜਿਹੜਾ ਜੀ ਵੀ ਕ੍ਰਿਟਿਸਿਜ਼ਮ ਕਿਊਬੈਕ ਦਾ ਹੋ ਰਿਹਾ ਸੀਗਾ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰੀ ਤੇ ਇਹਦੇ ਨਾਲ ਹੀ ਫਿਰ ਕਿਊਬੈਕ ਦੇ ਵਿੱਚ ਲੇਬਰ ਮਿਨਿਸਟਰੀ ਤੇ ਐਜੂਕੇਸ਼ਨ ਮਿਨਿਸਟਰੀ ਉਹਨਾਂ ਸਾਰਿਆਂ ਨੇ ਆਪਸ ਦੇ ਵਿੱਚ ਹੁਣ ਕੋਲੈਬੋਰੇਟ ਕਰਕੇ ਤੇ ਇਹ ਕੰਡੀਸ਼ਨ ਜਿਹੜੀ ਅੱਜ ਵੀ ਹਟਾ ਦੇਣ ਦਾ ਹੀ ਫੈਸਲਾ ਕੀਤਾ ਹੈ ਤੇ ਉੱਥੇ ਵੀ ਭੇਜਾਣੀ ਹੁਣ ਗਵਰਨਮੈਂਟ ਫੰਡਡ ਕਾਲਜਸ ਤੋਂ ਇੰਸਟੀਚਿਊਸ਼ਨਸ ਤੋਂ ਜਿਹੜੇ ਲੋਕ ਸਟੱਡੀ ਆਪਣੀ ਪੂਰੀ ਕਰਨਗੇ ਉਹਨਾਂ ਨੂੰ ਹੀ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਿੱਤਾ ਜਾਊਗਾ ਤੇ ਇਹ ਜਿਹੜਾ ਲਾਗੂ ਹੋ ਜਾਏਗਾ ਅਗਲੇ ਸਾਲ ਸਤੰਬਰ 2023 ਦੇ ਜਿਹੜੇ ਸਮੈਸਟਰ ਆ ਉਹ ਸ਼ੁਰੂ ਹੋਣਗੇ ਜੀ। ਗਵਰਨਮੈਂਟ ਆਫ ਕੁਵੈਤ ਨੇ ਜਾਰੀ ਕੀਤਾ ਹੈ ਜੀ ਜਿੰਨੇ ਵੀ ਟੂ ਅਰੈਸਟ ਐਂਡ ਡਿਪੋਰਟ ਫੋਰਨ ਨੈਸ਼ਨਲਸ ਜਿਨ੍ਹਾਂ ਨੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਸੀ ਜੋ ਪ੍ਰੋਫਿਟ ਮੁਹੰਮਦ ਨੂੰ ਲੈ ਕੇ ਜੋ ਅਫੀਸ਼ੀਅਲਸ ਨੇ ਉਹਦੇ ਖਿਲਾਫ ਗੱਲਬਾਤ ਕੀਤੀ ਸੀ ਪਰ ਜੋ ਕੁਵੈਤੀ ਲਾਅ ਦੇ ਮੁਤਾਬਕ ਕੋਈ ਵੀ ਇੱਦਾਂ ਦਾ ਇਨਸਾਨ ਪ੍ਰੋਫਿਟ ਮੁਹੰਮਦ ਨੂੰ ਕੋਈ ਵੀ ਬੁਰਾ ਨਹੀਂ ਬੋਲ ਸਕਦਾ, ਜੇ ਬੋਲੇਗਾ ਤੁਹਾਨੂੰ ਡਿਪੋਰਟ ਤੇ ਅਰੈਸਟ ਕੀਤਾ ਜਾਵੇਗਾ ਜੀ। ਯੈਸ ਅਰਸ਼ ਹੁਣ ਕੁਵੈਤ ਦੀ ਗਵਰਨਮੈਂਟ ਦੇਖੋ ਇੱਥੇ ਨਾ ਜਦੋਂ ਕੋਈ ਕ੍ਰਾਈਮ ਹੋ ਜੇ ਆਪਾਂ ਕਿਹਾ ਜੀ ਕਿ ਅੰਕੜੇ ਬੋਲਦੇ ਆ ਉਹਨੂੰ ਆਪਾਂ ਨੂੰ ਦੱਸਦੇ ਰਹਿਣਾ ਪੈਂਦਾ ਵੀ ਜੀ ਦਿਨ ਤਾਂ ਅਜੇ 150 ਨਹੀਂ ਬੀਤਿਆ ਸਾਲ ਦਾ ਤੇ ਸਾਡੇ ਪੰਜਾਬੀ ਜਿਹੜੇ ਆ 105 106 ਹੁਣ ਤੱਕ ਫੜ ਵੀ ਹੋ ਚੁੱਕੇ ਆ ਜੀ 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 ਤੇ ਫਿਰ ਸਾਨੂੰ ਏਦਾਂ ਦੇ ਮੈਸੇਜਸ ਹਰ ਆਉਂਦੇ ਹੁੰਦੇ ਆ ਵੀ ਇਹਨਾਂ ਨੂੰ ਫੜਦਿਆਂ ਸਾਰ ਰਿਪੋਰਟ ਕਰੋ ਜੀ ਤੇ ਫਿਰ ਤਾਂ ਇਹ ਕੰਮ ਬੰਦ ਹੋਊਗਾ ਤੇ
ਇਹਦੇ ਲਈ ਦੇਖੋ ਜੀ ਵੀ ਸਾਡੇ ਇੱਥੇ ਜੁਡੀਸ਼ੀਅਲ ਪ੍ਰੋਸੈਸ ਆ, ਉਹ ਜਿੰਨ ਮਤਲਬ ਹੋਣਾ ਤਾਂ ਐਟ ਦਾ ਐਂਡ ਜੇ ਮਤਲਬ ਉਹ ਇਮੀਗ੍ਰੇਸ਼ਨ ਸਟੇਟਸ ਤੇ ਡਿਪੈਂਡ ਕਰਦਾ ਵੀ ਉਹ ਕੰਸੀਕੁਐਂਸ ਤੇ ਆਪਣੇ ਆਪ ਸਾਹਮਣੇ ਆ ਜਾਣਾ, ਪਰ ਉਸ ਚੀਜ਼ ਨੂੰ ਥੋੜਾ ਸਮਾਂ ਲੱਗਦਾ ਕਈ ਵਾਰੀ। ਕੁੱਲ ਮਿਲਾ ਕੇ ਪਰ ਉੱਥੇ ਜਾਣੀ ਕਿ ਨਾਲੋਂ ਨਾਲ ਹੀ ਆ ਹਿਸਾਬ ਕਿਤਾਬ ਉਹਨਾਂ ਮੁਲਕਾਂ ਦੇ ਵਿੱਚ ਇਹੋ ਜਿਹੇ ਕਹ ਲਓ ਕਿ ਜਦੋਂ ਵਾਇਓਲੇਸ਼ਨ ਹੁੰਦੀ ਆ। ਹੁਣ ਇਨ ਜਨਰਲ ਉਹਨਾਂ ਦਾ ਕਾਨੂੰਨ ਆ ਉੱਥੇ ਕੁਵੈਤ ਦਾ ਵੀ ਕੋਈ ਵੀ ਵਿਦੇਸ਼ੀ ਉੱਥੇ ਪਹਿਲੀ ਗੱਲ ਤੇ ਵੀ ਉਹ ਸਿਟੀਜ਼ਨਸ਼ਿਪ ਤਾਂ ਦਿੰਦੇ ਹੀ ਨਹੀਂ ਹੈ, ਤੇ PR ਵਾਲੀ ਵੀ ਉੱਥੇ ਕੋਈ ਬਹੁਤੀ ਗੱਲ ਨਹੀਂ ਵੀ ਉਹ ਜਿਹੜਾ ਵਰਕ ਪਰਮਿਟ ਹੀ ਚੱਲੀ ਜਾਂਦਾ ਉੱਥੇ। ਵਰਕ ਪਰਮਿਟ ਦਾ ਮਤਲਬ ਵੀ ਫੋਰਨਰਸ ਹੈਗੇ ਆ, ਵਰਕ ਪਰਮਿਟ ਹੈਗਾ, ਕੰਮ ਕਰੋ ਤੇ ਘਰਾਂ ਨੂੰ ਜਾਓ। ਬਿਲਕੁਲ। ਉਹ ਹੁਣ ਉਹਦੇ ਵਿੱਚ ਇਹ ਵੀ ਕੰਡੀਸ਼ਨ ਆ ਵੀ ਜਿਹੜੇ ਵਿਦੇਸ਼ੀ ਸਿਟੀਜ਼ਨ ਆ ਉਹ ਕੁਵੈਤ ਦੇ ਵਿੱਚ ਡੈਮੋਨਸਟ੍ਰੇਸ਼ਨ ਨਹੀਂ ਕਰ ਸਕਦੇ, ਰੋਜ਼ ਦਿਖਾਵਾ ਨਹੀਂ ਕਰ ਸਕਦੇ। ਤੁਸੀਂ ਇਹ ਹੁਣ ਫਰੀਡਮ ਨੂੰ ਕੰਪੇਅਰ ਕਰਕੇ ਦੇਖੋ ਵੀ ਕਈ ਵਾਰੀ ਭੱਲ ਕੈਨੇਡਾ 'ਚ ਨਹੀਂ ਪਚਦੀ, ਆਪਾਂ ਇਹ 'ਚ ਨੁਕਸ ਕੱਢਦੇ ਇੱਥੇ ਆ ਕੇ। ਜਦੋਂ ਆਪਾਂ ਪੰਜਾਬ 'ਚ ਆ ਜਿਵੇਂ ਪੰਜਾਬ 'ਚ ਨੁਕਸ, ਭਾਰਤ ਵਿੱਚ ਨੁਕਸ, ਉਦੋਂ ਨਹੀਂ ਕੈਨੇਡਾ 'ਚ ਕੋਈ ਨੁਕਸ ਯਾਦ ਆਉਂਦਾ ਹਨਾ। ਇੱਥੇ ਪਹੁੰਚਦੇ ਆ ਸਾਰ ਮਤਲਬ ਇਹ ਮਹਾਨ ਜਿਹਨੂੰ ਉੱਥੇ ਬੈਠੇ ਕਹਿੰਦੇ ਹੁੰਦੇ ਕੈਨੇਡਾ ਨੂੰ, ਇਹਦੇ 'ਚ ਨੁਕਸ, ਜਿਹਨੂੰ ਉੱਥੇ ਬੈਠਿਆ ਨਰਕ ਦੱਸਦੇ ਸੀ ਉਹਨੂੰ ਮਹਾਨ ਦੇਸ਼ ਦੱਸਦੇ ਆ। ਇਹ ਸਾਰੇ ਮਹਾਨ ਹੈ, ਗੱਲ ਤਾਂ ਸਿਰਫ ਸਾਡੀ ਸੋਚ ਦੀ ਹੈ। ਅੱਛਾ ਜੀ, ਇਹਨਾਂ ਨੇ ਲੇਕਿਨ ਕਿ ਇਹ ਕਾਨੂੰਨ ਬਣਾਇਆ ਹੋਇਆ ਵੀ ਸਾਡੇ ਭਾਈ ਸਾਹਿਬ ਜੇ ਇੱਥੇ ਤੁਸੀਂ ਆਉਣਾ ਤੇ ਡੈਮੋਨਸਟ੍ਰੇਸ਼ਨ ਆ ਜਿਹੜਾ ਤੁਸੀਂ ਨਹੀਂ ਕਰ ਸਕਦੇ, ਇਹ ਹਾਂਜੀ ਨਹੀਂ ਉੱਥੇ ਫਰੀਡਮ। ਇਹ ਨਹੀਂ ਹੈਗਾ ਵੀ ਡੈਮੋਨਸਟ੍ਰੇਸ਼ਨ ਦਿੱਲੀ 'ਚ ਹੋ ਰਿਹਾ ਤੇ ਇੱਥੇ ਨਾਲ ਅਸੀਂ ਬਰੈਂਪਟਨ ਦੇ ਵਿੱਚ ਵੀ ਕਰ ਰਹੇ ਹਾਂ ਕੋਲਾਬੋਰੇਟ ਹਨਾ। ਇਹ ਆਜ਼ਾਦੀ ਕੁਵੈਤ ਵਿੱਚ ਉਹ ਨਹੀਂ ਦਿੰਦੇ। ਸੋ ਇਹਨਾਂ ਨੇ ਕੀ ਕੀਤਾ ਸੀਗਾ, ਜਦੋਂ BJP ਦੇ ਉੱਥੇ ਆਗੂਆਂ ਨੇ ਪ੍ਰੋਫੈਟ ਮੁਹੰਮਦ ਦੇ ਬੋਲਿਆ ਕੁਛ ਸ਼ਾਨ ਦੇ ਖਿਲਾਫ ਬੋਲਿਆ ਸੀ, ਉਦੋਂ ਅਰਸ਼ ਫਿਰ ਉੱਥੇ ਡੈਮੋਨਸਟ੍ਰੇਸ਼ਨ ਹੋ ਗਿਆ ਕੁਵੈਤ ਦੇ ਵਿੱਚ ਬਹੁਤ ਵੱਡਾ। ਹੁਣ ਉਹ ਜਿਹੜੇ ਅਰਬ ਮੁਲਕ ਸੀਗੇ ਉਹਨਾਂ ਨੇ ਫਿਰ ਉੱਥੇ ਜਿਹੜਾ ਅਫੀਸ਼ੀਅਲੀ, ਸਾਨੂੰ ਤਾਂ ਵੈਸੇ ਹੈਰਾਨੀ ਸੀਗੀ ਵੀ ਜੋ ਮੁਸਲਿਮ ਕਮਿਊਨਿਟੀਆਂ ਉੱਥੇ ਇੰਨੀ ਦੇਰ ਤੋਂ ਹੋ ਰਿਹਾ ਵੀ ਅਰਬ ਮੁਲਕ ਮੁਸਲਿਮ ਮੁਲਕ ਏਡੀ ਵੱਡੀ ਉਹ ਸ਼ਕਤੀ ਆ ਸਾਰੇ ਦੇਸ਼ ਵੀ ਉਹ ਜਰਾ ਕੋ ਹੀਲ ਉਸਦੇ ਕੋਈ ਕੁਰਾਨ ਦੇ ਖਿਲਾਫ ਬੋਲੇ ਉਹ ਤੇ ਬੰਦਾ ਜਿੰਦਾ ਸਾੜ ਦਿੰਦੇ ਆ। ਬਿਲਕੁਲ ਹੈ ਵੀ ਹੁਣ ਤੱਕ ਇਹ ਬੋਲ ਕਿਉਂ ਨਹੀਂ ਰਹੇ? ਪਰ ਉਹ ਹੁਣ ਫਿਰ ਜਦੋਂ ਬੋਲੇ ਵੀ ਆਤੀ ਹੋ ਗਈ, ਅੱਤ ਖੁਦਾ ਦਾ ਵੈਰ ਕਹਿੰਦੇ ਹਨਾ, ਤੇ ਉਹ ਫਿਰ ਹੁਣ ਬੋਲੇ ਆ ਤੇ ਫਿਰ ਫਟਾਫਟ ਉਹਨਾਂ ਨੇ ਪੱਲੇ ਝਾੜ ਕੇ ਤੇ ਉਹ ਬੰਦੇ ਉੱਥੋਂ ਕੱਢੇ ਵੀ ਆ ਪਾਰਟੀ ਦੇ ਵਿੱਚੋਂ। ਵੈਸੇ ਉਹ ਅਜੇ ਢਿੱਲੀ ਕਾਰਵਾਈ ਹੈ ਸਮਝੀ ਜਾਂਦੀ। ਕੁੱਲ ਮਿਲਾ ਕੇ ਜਦੋਂ ਫਿਰ ਇਹ ਡੈਮੋਨਸਟ੍ਰੇਸ਼ਨ ਹੋਇਆ ਕੁਵੈਤ ਦੇ ਵਿੱਚ ਫੋਰਨ ਸਿਟੀਜ਼ਨਸ ਦੇ ਵੱਲੋਂ, ਤੇ ਉਹਨਾਂ ਨੇ 22 ਲਾ ਫਿਰ ਐਕਸ਼ਨ ਲੈ ਕੇ ਕਿਹਾ ਜੀ ਵੀ ਲਿਹਾਜ਼ ਕੋਈ ਨਹੀਂ, ਕਿਉਂਕਿ ਅਸੀਂ ਇਸ ਕਰਕੇ ਨਹੀਂ ਕੱਢ ਰਹੇ ਵੀ ਇਹਨਾਂ ਨੇ ਡੈਮੋਨਸਟ੍ਰੇਸ਼ਨ ਉਹਨਾਂ ਰਿਮਾਰਕਸ ਦੇ ਖਿਲਾਫ ਕੀਤਾ ਜਿਹੜੇ ਕਿ ਇੰਡੀਆ 'ਚ BJP ਦੇ ਆਗੂਆਂ ਨੇ ਕੀਤੇ। ਇਹ ਨਹੀਂ ਗਾ ਵੀ ਸਾਨੂੰ ਉਹ ਰਿਮਾਰਕਸ ਚੰਗੇ ਲੱਗੇ ਉਸ ਗਵਰਨਮੈਂਟ ਨੇ ਕਿਹਾ, ਅਸੀਂ ਅਫੀਸ਼ੀਅਲੀ ਉਹਦੇ ਤੇ ਇੰਡੀਆ ਦੇ ਐਂਬੈਸਡਰ ਨੂੰ ਸੱਦ ਕੇ ਆਪਣਾ ਇਤਰਾਜ਼ ਜਿਹੜਾ ਪ੍ਰਗਟ ਕਰ ਦਿੱਤਾ ਸੀਗਾ। ਮਤਲਬ ਇੰਡੀਆ ਦੀ ਗਵਰਨਮੈਂਟ ਦੇ ਵਿੱਚ ਧਿਆਨ ਦੇ ਵਿੱਚ ਲਿਆ ਦਿੱਤਾ ਸੀਗਾ ਜੋ ਸਾਡਾ ਕੰਮ ਬਣਦਾ ਸੀ ਕਰ। ਉਹਦੇ ਲਈ ਇੱਥੇ ਸਾਡੇ ਮੁਲਕ ਦੇ ਵਿੱਚ ਡੈਮੋਨਸਟ੍ਰੇਸ਼ਨ ਕਰਨ ਦੀ ਕੋਈ ਲੋੜ ਨਹੀਂ ਸੀ। ਸੋ ਇਸ ਕਰਕੇ ਇਹ ਅੱਜ ਵੀ ਸਖਤ ਕਾਰਵਾਈ ਉਹਨਾਂ ਨੇ ਕੀਤੀ ਹੈ। ਹੁਣ ਉਹਨਾਂ ਨੇ ਜਿਹੜੇ ਉਸ ਡੈਮੋਨਸਟ੍ਰੇਸ਼ਨ ਦੇ ਵਿੱਚ ਉੱਥੇ ਸ਼ਾਮਲ ਹੋਏ ਵਿਦੇਸ਼ੀ ਸਿਟੀਜ਼ਨ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਅਰੈਸਟ ਕਰਨਾ ਤੇ ਰਿਪੋਰਟ ਕਰਨਾ ਜਿਹੜਾ ਜੀ ਕੋਈ ਸ਼ੁਰੂ ਕਰ ਦਿੱਤਾ ਕੁਵੈਤ ਤੋਂ। ਜੀ ਆਲਰਾਈਟ ਜੋਲ ਸਾਹਿਬ, ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।